सच्चे पातशाह के वचन समझता विचारता और जिंदगी के बात करता चेतन करो। श्री राग महला पंजवा। नाम ध्याए सो सुखी, तिस मुख उज्जल होए। सच्चे पातशाह समझाते ने नाम ध्याए, नाम मतलब ज्ञान, सच्चा ज्ञान जिन्हें ध्यान में रखिया। देखो ना प्यारे, एक होंदा इकल्ला नाम ध्यान, ਆਪਾਂ ਮੰਨ ਲਓ ਸਿਮਰਨ ਕਰਦੇ ਵਾਹਿਗੁਰੂ ਵਾਹਿਗੁਰੂ ਜਪਦੇ। ਹੁਣ ਇੱਕ ਸੋਚਣਾ ਪੈਣਾ ਬੰਦਾ ਇੱਕ ਪਾਸੇ ਤਾਂ 1 ਘੰਟਾ ਵਾਹਿਗੁਰੂ ਵਾਹਿਗੁਰੂ ਕਰਦੇ ਆ, ਇੱਕ ਪਾਸਾ ਉਹ ਸਵੇਰਾ ਸਪੀਕਰ 'ਤੇ ਪਾਠ ਵੀ ਕਰ ਰਿਹਾ ਜਾਂ ਸ਼ਾਮ ਨੂੰ ਸਪੀਕਰ 'ਤੇ ਪਾਠ ਵੀ ਕਰ ਰਿਹਾ, ਪਰ ਕੰਮ ਸਾਰੇ ਉੱਥੇ ਕਰੀ ਜਾਂਦਾ। ਕਿਉਂ ਸੁਖੀ ਹੋ ਜਾਏਗਾ? ਕਿਉਂ ਸੁਖੀ ਹੋ ਜਾਏਗਾ? ਨਹੀਂ, ਅਸਲ ਵਿੱਚ ਜਿਹਦੀ ਜ਼ਿੰਦਗੀ 'ਚ ਸੱਚਾ ਗਿਆਨ ਆ ਗਿਆ ਨਾ ਪਿਆਰਿਓ, ਉਹ ਸੁਖੀ ਹੁੰਦਾ। ਹੁਣ ਦੇਖੋ ਤੁਸੀਂ ਬਹੁਤ ਬੰਦੇ ਨੇ ਪਾਠ ਕਰਦੇ ਨੇ, ਨਾਮ ਵੀ ਜਪਦੇ ਨੇ, ਪਰ ਫਿਰ ਵੀ ਸੁਖੀ ਨਹੀਂ ਹੋਏ। ਜ਼ਿੰਦਗੀ ਵਿੱਚ ਸੱਚਾ ਗਿਆਨ ਨਾ ਆਉਣ ਕਰਕੇ ਸੁਖੀ ਨਹੀਂ ਹੋ ਸਕੇ। ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ, ਜਦੋਂ ਗਿਆਨ ਧਿਆਨ ਉਸ ਕਰਮ ਨਾ ਕਰ। ਪਹਿਲਾਂ ਗਿਆਨ ਹੈ ਫਿਰ ਧਿਆਨ, ਕਿਉਂਕਿ ਜਿਸ ਮਾਲਕ ਦਾ ਜਿਸ ਅਕਾਲ ਪੁਰਖ ਦਾ ਆਪਾਂ ਧਿਆਨ ਕਰਨਾ ਹੈ, ਪਹਿਲਾਂ ਉਹਦੇ ਬਾਰੇ ਗਿਆਨ ਤਾਂ ਚਾਹੀਦਾ ਨਾ ਕਿ ਹੈ ਕਿਹੋ ਜਿਹੇ। ਮਹਾਰਾਜ ਕਹਿੰਦੇ ਨੇ ਜਿਹੜੇ ਨਾਮ ਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਨੇ ਉਹ ਸੰਸਾਰ ਦੇ ਵਿੱਚ ਸੁਖੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਹਰ ਚੀਜ਼ ਦੀ ਸਮਝ ਆ ਜਾਂਦੀ ਹੈ। ਖਾਣ ਦੀ, ਸੌਣ ਦੀ, ਜ਼ਿੰਦਗੀ ਕੱਟਣ ਦੀ, ਜ਼ਿੰਦਗੀ ਕਿੱਦਾਂ ਭਰ ਰਹਿਣਾ ਹੈ, ਕਿੱਦਾਂ ਖਾਣਾ ਹੈ, ਕਿੱਦਾਂ ਕੱਪੜੇ ਪਹਿਨਣੇ ਹੈ, ਹਰ ਚੀਜ਼ ਦੀ ਸਮਝ ਆ ਜਾਂਦੀ ਹੈ, ਫਿਰ ਉਹ ਸੁਖੀ ਹੋ ਜਾਂਦੇ ਨੇ। ਹਾਂਜੀ। ਪੂਰੇ ਗੁਰ ਤੇ ਪਾਈਐ, ਪ੍ਰਗਟ ਸਭਨੀ ਲੋਏ। ਪੂਰੇ ਗੁਰੂ ਪੂਰਾ ਹੈ ਸਾਡੇ 'ਤੇ ਤਾਂ ਚਲੋ ਕਿਰਪਾ ਹੈ ਮਾਲਕ ਦੀ, ਗੁਰੂ ਸਾਨੂੰ ਤਾਂ ਪੂਰਾ ਮਿਲਿਆ, ਸਾਨੂੰ ਤਾਂ ਲੱਭਣ ਦੀ ਲੋੜ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੁਰਗੱਦੀ ਦਿੱਤੀ ਸੀ ਨਾ 10ਵੇਂ ਪਾਤਸ਼ਾਹ ਨੇ, ਉਸ ਟਾਈਮ ਮਹਾਰਾਜ ਨੇ ਇੱਕ ਗੱਲ ਕਹੀ ਸੀ, ਕਹਿੰਦੇ ਸਿੰਘੋ ਮੈਂ ਤੁਹਾਨੂੰ ਗੁਰੂ ਸਿਰੇ ਦਾ ਦੇ ਚੱਲਿਆ, ਇਹ ਤੋਂ ਉੱਪਰ ਨਾ ਹੋਇਆ ਹਾਂ ਹੋਣਾ। ਗੁਰੂ ਮੈਂ ਤੁਹਾਨੂੰ ਸਿਰੇ ਦਾ ਦੇ ਚੱਲਿਆ, ਪਰ ਪਛਾਣ ਕਰ ਲਿਓ, ਪਛਾਣ ਕਰ ਲਿਓ। ਪਿਆਰਿਓ ਸਾਡੀ ਕਮੀ ਇਹ ਇੱਥੇ ਰਹਿ ਗਈ, ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣੇ ਵਾਸਤੇ ਮੱਥਾ ਟੇਕਣੇ ਬਸ, ਹੋਰ ਕੰਮ ਕੋਈ ਮੱਥਾ ਟੇਕ ਤਾਂ ਗੱਲ ਖਤਮ। ਪਛਾਣ ਨਹੀਂ ਕੀਤੀ ਕਿ ਸਤਿਗੁਰੂ ਹੈ ਕੌਣ ਨੇ। ਅਤੇ ਆਪਾਂ ਜਦੋਂ ਪੜ੍ਹਦੇ ਨਾ ਬਾਹੋਂ ਬਾਹੋਂ ਬਾਣਵੀ ਨਿਰੰਕਾਰ, ਇਹ ਨਿਰੰਕਾਰ ਹੈ, ਕੋਈ ਛੋਟੀ ਜਿਹੀ ਚੀਜ਼ ਥੋੜ੍ਹੀ ਹੈ, ਇਹ ਕਾਗਜ਼ ਨਹੀਂ, ਅੱਖਰ ਨਹੀਂ ਹੈ, ਇਹ ਤਾਂ ਨਿਰੰਕਾਰ ਦਾ ਰੂਪ ਹੈ ਪਿਆਰਿਓ। ਹਾਂ, ਆਪਣੀ ਆਪਣੀ ਅੱਖ ਦੇਖਣ ਵਾਲੀ ਹੈ। ਦੁਬਾਰਾ ਪੜ੍ਹੋ ਜੀ। ਪੂਰੇ ਗੁਰ ਤੇ ਪਾਈਐ, ਪ੍ਰਗਟ ਸਭਨੀ ਲੋਏ। ਪੂਰੇ ਗੁਰ ਤੇ ਸਮਝ ਲੈਣਾ ਨਾ ਜਦੋਂ ਬੰਦਾ, ਫਿਰ ਹਰ ਥਾਂ ਪ੍ਰਗਟ, ਉਹ ਮਾਲਕ ਜਿਹੜਾ ਪ੍ਰਗਟ ਹੈ ਨਾ ਉਹਦੀ ਸਮਝ ਆਉਂਦੀ। ਲੋਕ ਦਾ ਮਤਲਬ ਉਹਦੇ ਲੋਕ, ਜਿਹੜਾ ਮਾਲਕ ਸਾਰੇ ਲੋਕਾਂ ਵਿੱਚ ਹੈ, ਸਮਾਇਆ ਹੋਇਆ ਹੈ, ਉਹ ਮਾਲਕ ਨਾਲ ਫਿਰ ਅਟੈਚਮੈਂਟ ਹੋ ਜਾਂਦੀ ਹੈ, ਉਹਦੇ ਨਾਲ ਨੇੜਤਾ ਹੋ ਜਾਂਦੀ ਹੈ। ਸਾਧ ਸੰਗਤ ਕੈ ਘਰ ਬਸੈ, ਏਕੋ ਸੱਚਾ ਸੋਏ। ਸਾਧ ਸੰਗਤ ਕੈ, ਇੱਕ ਸਾਧੂਆਂ ਦੀ ਸੰਗਤ ਮਤਲਬ ਗੁਰਮੁਖਾਂ ਦੀ। ਸਾਧ ਦਾ ਮਤਲਬ ਗੁਰੂ ਇੱਥੇ ਕੋਈ ਬਾਬਾ ਨਹੀਂ। ਸਾਧ ਸੰਗਤ ਕੇ ਘਰ ਵਸੈ, ਭਾਵ ਸਤਿਗੁਰੂ ਦੇ ਘਰ ਵਿੱਚ ਸੱਚੇ ਗਿਆਨ ਦੇ ਵਿੱਚ ਮਾਲਕ ਦਾ ਵਾਸਾ ਹੈ। ਦੇਖੋ ਪਿਆਰੇ, ਜਦੋਂ ਸੱਚਾ ਗਿਆਨ ਆ ਗਿਆ ਉਹਨੂੰ ਹਰ ਥਾਂ ਰੱਬ ਦਿਖੇਗਾ, ਹਰ ਥਾਂ ਮਹਿਸੂਸ ਕਰੇਗਾ ਰੱਬ ਨੂੰ। ਅਤੇ ਜਿਹਦੀ ਜ਼ਿੰਦਗੀ ਸੱਚਾ ਗਿਆਨ ਹੀ ਨਹੀਂ ਆਇਆ, ਉਹ ਰੱਬ ਕੋਲ ਵੀ ਬੈਠਾ ਹੋਗਾ, ਫਿਰ ਵੀ ਕਹੇਗਾ ਮੈਂ ਨਹੀਂ ਕਰੂੰਗਾ। ਮੇਰੇ ਮਨ ਹਰ ਹਰ ਨਾਮ ਧਿਆਏ, ਨਾਮ ਸਹਾਈ ਸਦਾ ਸੰਗ, ਆਗੇ ਲੈ ਛਡਾਏ ਰਾਓ। ਮਹਾਰਾਜ ਕਹਿੰਦੇ ਮੇਰੇ ਮਨ ਨਾਮ ਮਤਲਬ ਗਿਆਨ, ਸੱਚੇ ਗਿਆਨ ਨੂੰ ਹਮੇਸ਼ਾ ਧਿਆਨ ਵਿੱਚ ਰੱਖ, ਹਮੇਸ਼ਾ ਸੱਚੇ ਗਿਆਨ ਦੇ ਨਾਲ ਜੁੜਿਆ ਹੈ, ਕਿਉਂਕਿ ਸੱਚੇ ਗਿਆਨ ਨੇ ਹੀ ਤੈਨੂੰ तेरी जिंदगी तेरी मदद करनी है, तेरा सहाय होना। जो कहते कोई नहीं ना होंदा, उदों आप पढ़ते हैं कि
ਜਦੋਂ ਤੈਨੂੰ ਜੰਮ ਮਾਰਨਗੇ, ਤੇ ਜੰਮ ਦਾ ਮਤਲਬ ਵਿਕਾਰ, ਜਦੋਂ ਵਿਕਾਰ ਤੰਗ ਕਰਨਗੇ। ਅੱਛਾ ਇੱਕ ਛੋਟੀ ਗੱਲ ਸਮਝੋ, ਮੰਨ ਲਓ ਆਪਾਂ ਬਾਹਰੋਂ ਆਪਾਂ ਸ੍ਰੀ ਸਾਹਿਬ ਆਉਂਦੇ, ਇਹ ਅੰਦਰਲੇ ਖੜਗ ਦਾ ਪ੍ਰਤੀਕ ਹੈ। ਕਿਹੜਾ ਖੜਗ ਜੀ, ਕਿਹੜੀ ਤਲਵਾਰ ਅੰਦਰ ਸਾਡੇ ਕੋਲ ਹੋਣੀ ਚਾਹੀਦੀ? ਗਿਆਨ ਖੜਗ। ਹੁਣ ਇੱਕ ਹੋਰ ਛੋਟੀ ਪੁਆਇੰਟ ਸਮਝ, ਜਦੋਂ ਮੰਨ ਲਓ ਸਾਨੂੰ ਕ੍ਰੋਧ ਆਉਂਦਾ ਹੈ, ਕਾਮ ਆਉਂਦਾ ਹੈ, ਬਾਹਰਲੇ ਤੇ ਤੁਹਾਡੇ ਕੋਈ ਸ਼ਤਰੂ ਅਟੈਕ ਕੀਤਾ, ਕਿਸੇ ਦੁਸ਼ਮਣ ਨੇ ਅਟੈਕ ਕੀਤਾ, ਤੁਸੀਂ ਉਹਦੇ ਨਾਲ ਸ੍ਰੀ ਸਾਹਿਬ ਕੱਢੀ ਉਹਦਾ ਮੁਕਾਬਲਾ ਕਰ ਲਿਆ। ਪਰ ਜਿਹੜਾ ਸ਼ਤਰੂ ਤੁਹਾਡੇ ਅੰਦਰ ਹੈ, ਜਿਹੜਾ ਕ੍ਰੋਧ ਤੁਹਾਡੇ ਅੰਦਰ ਹੈ, ਕਾਮ ਤੁਹਾਡੇ ਅੰਦਰ ਹੈ, ਉਹਦੇ ਨਾਲ ਮੁਕਾਬਲਾ ਕਿੱਦਾਂ ਕਰੋ? ਉਹਦੇ ਨਾਲ ਮੁਕਾਬਲਾ ਕਰਨ ਦਾ ਇੱਕੋ ਹੀ ਢੰਗ ਹੈ, ਗਿਆਨ ਖੜਗ। ਉਹ ਜਦੋਂ ਗਿਆਨ ਖੜਗ ਜਿਹਦੇ ਕੋਲ ਹੋਏਗੀ ਨਾ ਪਿਆਰਿਓ, ਉਹ ਫਿਰ ਗਲਤ ਰਾਹ 'ਤੇ ਨਹੀਂ ਚੱਲੇ। ਕ੍ਰੋਧ 'ਤੇ ਕਾਬੂ ਰੱਖੇਗਾ, ਮੋਹ 'ਤੇ ਕਾਬੂ ਰੱਖੇਗਾ, ਕਿਉਂਕਿ ਉਹਦੇ ਕੋਲ ਗਿਆਨ ਖੜਗ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਇਨਸਾਨ ਆਗਿਆ ਲੈ ਛਡਾਏ, ਮਤਲਬ ਜਦੋਂ ਤੈਨੂੰ ਅੱਗੇ ਵਿਕਾਰ ਘੇਰਨਗੇ ਤੇ ਤੈਨੂੰ ਆਹ ਸੱਚੇ ਗਿਆਨ ਨਾਲ ਛਡਾ ਲੈਣਾ, ਉੱਥੋਂ ਹੋਰ ਨਹੀਂ ਕਿਸੇ ਨੇ ਛਡਾਉਣਾ। ਦੁਨੀਆ ਕੀਆਂ ਵਡਿਆਈਆਂ ਕਵਨੇ ਆਵੇ ਕਾਮ। ਕਾਈ ਹੈ ਕਹਿੰਦੇ ਦੁਨੀਆ ਦੀ ਕਰੀ ਆ ਸਿਫਤਾਂ, ਤੇਰੇ ਕੰਮ ਆ ਜਾਣੀਆਂ? ਤੇਰੇ ਕੰਮ ਨਹੀਂ ਆਣੀਆਂ। ਅੱਜ ਤੂੰ ਕਿਹਦੀ ਸਿਫਤ ਕਰੀ ਆ? ਮੰਨ ਲਓ ਪਿੰਡ ਦਾ ਸਰਪੰਚ, ਤੂੰ ਹੀ ਸਿਫਤ ਕਰੀ ਆ ਵੀ ਸਰਪੰਚ ਸਾਹਿਬ ਤੁਹਾਡੇ ਵਰਗਾ ਬੰਦਾ ਹੀ ਕੋਈ ਨਹੀਂ, ਤੁਹਾਡੇ ਵਰਗਾ ਬੰਦਾ ਹੀ ਕੋਈ ਨਹੀਂ ਕਰੀਏ, ਮਗਰ ਮੂੰਹ ਦਾ ਚਮਚਾਗਿਰੀ ਕਰੋ। ਅੱਛਾ ਜਿੱਦਣ ਮਾੜਾ ਜਾਂ ਕੋਈ ਗੱਲ ਮਾੜੀ ਜਿਹੀ ਵੀ ਕੋਈ ਗੱਲ ਤੁਸੀਂ ਸਰਪੰਚ ਦੇ ਖਿਲਾਫ ਬੋਲਤੀ ਨਾ, ਉਧਰ ਹੀ ਸਰਪੰਚ ਚਾਰੇ ਕੋਲ ਚੜ੍ਹਦਾ ਤੁਹਾਡੇ ਤੇ ਕਰੀਏ। ਕਿੱਥੇ ਗਈ ਜੀ ਤੁਹਾਡੇ ਉਹ ਜਿਹੜੀ ਸਿਫਤ ਕਰਦੇ ਨੇ, ਉਹ ਤੁਹਾਡੀ ਜਿਹੜੀ ਉਹਦੀ ਕੀਤੀ ਹੋਈ ਵਡਿਆਈ ਸਰਪੰਚ ਦੀ 1 ਮਿੰਟ ਵਿੱਚ ਖਤਮ। ਇਸ ਕਰਕੇ ਮਾਰਾ ਕਹਿੰਦੇ ਨੇ ਦੁਨੀਆ ਦੀਆਂ ਵਡਿਆਈਆਂ ਕੀਤੀਆਂ ਉਹ ਬੰਦਿਆਂ ਦੇ ਕਿਸੇ ਕੰਮ ਨਹੀਂ ਆਉਣੀਆਂ, ਨਾ ਇਹਨਾਂ ਦੀ ਚਮਚਾਗਿਰੀ ਕਰਿਆ ਕਰ, ਮਾਲਕ ਦੀ ਕਰਿਆ ਕਰ। ਜੇ ਸਿਫਤ ਸਲਾਹ ਕਰਨੀ ਹੈ, ਵਡਿਆਈ ਕਰਨੀ ਹੈ, ਮਾਲਕ ਦੀ ਕਰ, ਦੁਨੀਆ ਦੀ ਕਿਉਂ ਕਰਦਾ? ਕਿਹੜਾ ਕੰਮ ਆਣੀ ਦੇ ਰਿਹਾ? ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ। ਜਿਹੜਾ ਆ ਦੁਨੀਆ ਦੀ ਮਾਇਆ ਦਾ ਰੰਗ ਚੜ੍ਹਦਾ ਇਹ ਫਿੱਕਾ ਹੀ ਹੈ। ਦੇਖੋ ਕਿਸੇ ਦੇ ਮੂੰਹ ਦਾ ਰੰਗ ਚੜ੍ਹ ਗਿਆ, ਕਿੰਨਾ ਕੁ ਟਾਈਮ ਚੜ੍ਹਦਾ? ਬੱਚੇ ਆਗੀਆਂ ਵੀ ਚੱਲਦੇ ਨੇ, ਠੀਕ ਨੇ, ਨਹੀਂ ਚੱਲੇ ਤੁਸੀਂ ਕਰਦੇ ਨੇ, ਫਿਰ ਹੋ ਗਿਆ ਕੋਈ ਫਿੱਕਾ ਹੋ ਗਿਆ ਨਾ ਰੰਗ। ਲੋਭ ਦਾ ਰੰਗ ਲੋਭੀ ਹੈ ਜਿਹੜਾ ਹੁੰਦਾ, ਉਹ ਲੋਕ ਜਦੋਂ ਤੱਕ ਲੋਭ ਦੀ ਪੂਰਤੀ ਹੋ ਰਹੀ ਹੈ, ਨਸ਼ਾ ਜਿਹਾ ਹੈ, ਜਦੋਂ ਲੋਭ ਦੀ ਪੂਰਤੀ ਨਾ ਹੋਈ ਉਹਦੇ ਕੋਲ ਆ ਜਾਣਾ। ਇਹਦੇ ਪਿਆਰੇ ਬਾਕੀ ਜਿੰਨੇ ਬੇਕਾਰ ਨੇ, ਜਿਹੜਾ ਇਹਨਾਂ ਦਾ ਰੰਗ ਹੈ ਬਹੁਤ ਥੋੜ੍ਹਾ ਹੈ। ਗੱਡੀਆਂ ਦਾ ਰੰਗ, ਕੋਠੀਆਂ ਦਾ ਰੰਗ, ਤੁਸੀਂ ਗੱਡੀ ਲਿਆਉਂਦੇ ਉਹਨਾਂ ਦੀ, ਕਿੰਨਾ ਕੁ ਟਾਈਮ ਉਹਦਾ ਅਸਰ ਰਹਿੰਦਾ ਤੁਹਾਡੇ 'ਤੇ? ਨਸ਼ਾ ਕਿੰਨਾ ਕੁ ਟਾਈਮ ਰਹਿੰਦਾ? ਜਿੰਨੇ ਕੁ ਟਾਈਮ ਉਹ ਨਵੀਂ ਚਲਾਉਂਦੇ ਬੜਾ ਆਨੰਦ ਹੈ, ਬੜੀ ਝੀੜ ਲੱਗੀ, ਬਹੁਤ ਨਹੀਂ ਮਨ ਦੁਖੀ ਹੋ ਜਾਂਦਾ, ਸਟਰੈਸ ਵਿੱਚ ਆ ਜਾਂਦਾ, ਪਿਆ ਝੀੜ ਨਾ ਕੀ ਗੱਡੀ 'ਚ ਉਸੇ ਟਾਈਮ ਦੁਖੀ ਹੋ ਜਾਂਦੇ। ਇਸ ਕਰਕੇ ਪਿਆਰਿਓ ਮਾਇਆ ਦੀ ਜਿਹੜੀ ਇੱਕ ਕੱਚਾ ਰੰਗ ਹੈ ਉੱਪਰ ਜਾਂਦਾ ਛੇਤੀ, ਇਹਦਾ ਫਾਇਦਾ ਕੋਈ। ਜਾ ਕੈ ਹਿਰਦੈ ਹਰਿ ਬਸੈ ਸੋ ਪੂਰਾ ਪ੍ਰਧਾਨ। ਇਹਦੇ ਹਿਰਦੇ ਵਿੱਚ ਮਾਲਕ ਵਸਦਾ, ਉਹ ਅਸਲ ਵਿੱਚ ਪ੍ਰਧਾਨ। ਪ੍ਰਧਾਨ ਦਾ ਮਤਲਬ ਜਿੱਦਾਂ ਹੁਣ ਮੰਨ ਲਓ ਆ ਗੁਰੂ ਘਰ, ਉਹ ਕਹਿੰਦਾ ਮੈਂ 2-4 ਬੰਦੇ ਆਪਸ ਵਿੱਚ ਲੜੀ ਜਾਂਦੇ, ਮੰਨ ਲਓ ਉਹ ਕਹਿੰਦਾ ਮੈਂ ਪ੍ਰਧਾਨ ਆ, ਚਲੋ ਤੂੰ ਕਹਿੰਦਾ ਮੈਂ ਪ੍ਰਧਾਨ ਹੈ। ਨਹੀਂ, ਅਸਲ ਵਿੱਚ ਪ੍ਰਧਾਨ ਦਾ ਮਤਲਬ ਹੁੰਦਾ ਹੈ ਜਿਹੜਾ ਸੇਵਾ ਸਿਮਰਨ ਕਰਕੇ ਕਿਸੇ ਪਦਵੀ 'ਤੇ ਪਹੁੰਚਦਾ, ਉਹ ਪ੍ਰਧਾਨ ਹੈ। ਇਹ ਕਹਿੰਦਾ ਸਾਰੇ ਸਿੰਘਾਂ ਨੂੰ ਤੇਲ ਲਾ ਕੇ ਘੁੰਮਦੇ ਤੇ ਅਸੀਂ ਪ੍ਰਧਾਨ ਹੀ ਹਾਂ। ਮਹਾਰਾਜ ਕਹਿੰਦੇ ਉਹ ਪ੍ਰਧਾਨ ਹੈ ਜਿਹਦੇ ਹਿਰਦੇ 'ਚ ਮਾਲਕ ਵਸ ਗਿਆ, ਜਿਹਨੇ ਜਪ ਤਪ ਸੰਜਮ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ। ਉਹ ਅਸਲ ਵਿੱਚ ਪ੍ਰਧਾਨ ਦਾ ਮਤਲਬ ਹੈ ਜਿਹਨੇ ਵਿਕਾਰਾਂ 'ਤੇ ਕਾਬੂ ਪਾ ਲਿਆ, ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ, ਉਹ ਪ੍ਰਧਾਨ ਹੈ। ਨਾ ਕਿ ਇੱਥੇ ਉਹ ਤਾਂ ਅਸੀਂ ਪੱਗਾਂ ਬੰਨ੍ਹ ਕੇ ਟੌਰ ਕੱਢ ਕੇ ਘੁੰਮੀ ਅਸੀਂ ਪ੍ਰਧਾਨ ਹੁੰਦੇ ਹਾਂ ਜੀ, ਉਹ ਵੀ ਪ੍ਰਧਾਨ ਹੁੰਦਾ ਪਿਆ। ਸਾਧੂ ਕੀ ਹੋ ਰਹਿਣ ਕਾ ਆਪਣਾ ਆਪ ਤਿਆਗ। ਹੁਣ ਇੱਥੇ ਜਦੋਂ ਇੱਦਾਂ ਦੇ ਸ਼ਬਦ ਆਉਂਦੇ ਨਾ ਤੇ ਸਾਧੂ ਜਿਹੜੇ ਬਾਬੇ ਹੁੰਦੇ ਨੇ ਚੌੜੇ ਹੋ ਗਏ ਨੇ, ਦੇਖਿਆ ਸਾਧੂ ਦੀ ਗੱਲ ਕੀਤੀ ਹੈ। ਇੱਥੇ ਸਾਧੂ ਦਾ ਮਤਲਬ ਸਤਿਗੁਰੂ ਹੋ ਗਿਆ। ਮਹਾਰਾਜ ਕਹਿੰਦੇ ਨੇ ਸਾਧੂ ਕੀ ਹੋਈ ਰੇਣਕਾ। ਰੇਣਕਾ ਮਤਲਬ ਹੁੰਦੀ ਰੇਣ, ਮਤਲਬ ਮਿੱਟੀ, ਧੂੜ। ਕਹਿੰਦੇ ਸਾਧੂ ਦੀ ਧੂੜ ਬਣ ਜਾ, ਕਿੱਦਾਂ ਬਣੋਗੇ? ਅੱਛਾ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸਾਨੂੰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਧੂੜ ਬਣ ਜਾ,
ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੇ ਨਹੀਂ ਦਿਖਦੇ, ਫਿਰ ਧੂੜ ਕਿੱਦਾਂ ਬਣਾ। ਅਸਲ ਵਿੱਚ ਧੂੜ ਦਾ ਮਤਲਬ ਹੈ ਗੁਰੂ ਦੇ ਉਪਦੇਸ਼ ਕਮਾਣਾ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਣਾ, ਇਹ ਹੈ ਧੂੜ ਬਣਨਾ, ਨਾ ਕਿ ਧੂੜ ਤਾਂ ਹੁਣ ਜਿੱਦਾਂ ਮਾਘ ਮਹੀਨੇ 'ਚ ਦੇਖੇ ਨਾ, ਮਾਘ ਮੰਜਲ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਫਿਰ ਤਾਂ ਮਤਲਬ ਇਹ ਹੋ ਗਿਆ ਵੀ ਇੱਥੇ ਸੰਗਤ ਬੈਠੀ ਹੋਗਾ, ਉਹ ਸਾਰੀ ਮਿੱਟੀ ਇਕੱਠੀ ਕਰਕੇ ਡਰਮ ਭਰ ਲਓ, ਜਿਹੜਾ ਆਇਆ ਉਹਦੇ ਸਿਰ 'ਚ ਇੱਕ ਕੱਪ ਪਾਉਂਦਾ। ਜੇ ਪੁੱਛਿਆ ਇਹ ਕਿਉਂ ਕਰ ਰਹੇ ਹੋ, ਤੇ ਬਾਣੀ 'ਚ ਲਿਖਿਆ ਹੁੰਦਾ ਵੀ ਭਾਈ ਮਾਘ ਦਾ ਮਹੀਨਾ ਚੜ੍ਹੇ, ਸਾਧੂਆਂ ਦੀ ਧੂੜੀ 'ਤੇ ਇਸ਼ਨਾਨ ਕਰੋ, ਅਗਲਾ ਤੁਹਾਡੇ ਤਾਰੇ ਖੁਦ ਤੱਕ ਮਾਰਨ ਪੈ ਜਾਏਗਾ। ਉਹ ਇੱਦਾਂ ਹੁੰਦਾ ਨਹੀਂ। ਅਸਲ ਵਿੱਚ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਵੀ ਤੂੰ ਧੂੜ ਬਣਨਾ ਹੈ, ਰੇਣਗਾ ਬਣਨਾ ਹੈ, ਮਤਲਬ ਤੂੰ ਗੁਰੂ ਦੇ ਬਚਨਾਂ ਦੇ ਮਗਰ ਮਗਰ ਚੱਲ, ਜੋ ਸਤਿਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਚੱਲ। ਜਦੋਂ ਤੂੰ ਤਾਂ ਚੱਲੇਗਾ ਫਿਰ ਤੇਰੇ ਜੀਵਨ 'ਚ ਆਨੰਦ ਆਏਗਾ। ਇੱਕ ਤਰੀਕੇ ਪੰਕਤੀ ਕਰੇਗੀ, ਸਾਧੂ ਕੀ ਹੋ ਰਹਿਣ ਕਾ ਆਪਣਾ ਆਪ ਤਿਆਗ। ਸਮਝ ਆ ਗਈ ਹੋਣੀ ਹੈ, ਆਪਣੇ ਆਪ ਨੂੰ ਜ਼ੀਰੋਆਈਜ਼ ਕਰ ਲੈ, ਬਸ ਮੈਂ ਕੁਝ ਵੀ ਨਹੀਂ ਹੈ। कबीर मेरा मुझ में कुछ नहीं, जो कुछ है सो तेरा। कबीर मेरा मुझ में कुछ नहीं, जो कुछ है सो तेरा। जो किछ है सो तेरा, जो किछ है सो तेरा, जो किछ है सो तेरा, जो कुछ है सो तेरा। जो कुछ है तेरा ही है मालिक, मेरा कुछ भी नहीं, बस जीरोवाइज होगा, सब कुछ तेरा। उपाव सियाणपा सगल छड, गुर की चरणी लाग। जिन्ने उपाय करता फिरदा है ना, ਹੁਣ ਦੇਖੋ ਅੱਜ ਕੋਈ ਤੁਹਾਨੂੰ ਕਹਿੰਦਾ ਨਾ ਉੱਦਾਂ ਕੀ ਉੱਦਾਂ ਕਹੋ ਨਾ, ਤੁਹਾਨੂੰ ਮੰਨ ਲਓ ਤੁਹਾਡੇ ਘਰ 'ਚ ਕੋਈ ਕੰਮ ਤੁਹਾਡਾ ਵੇਖੋ ਤੇ ਤੁਹਾਨੂੰ ਤਾਂ ਕਹੋ ਨਾ ਕਿ ਭਾਈ ਇੱਦਾਂ ਕਰਿਓ, ਜਪਜੀ ਸਾਹਿਬ ਦਾ ਪਾਠ ਰੋਜ਼ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਓ, ਸਤਿਗੁਰੂ ਕਿਰਪਾ ਕਰਦੇ ਨੇ। ਤੇ ਆਪਾਂ ਪਤਾ ਕੀ ਕਹਾਂਗੇ, ਜਪਜੀ ਸਾਹਿਬ ਤਾਂ ਰੋਜ਼ ਹੀ ਕਰਦੇ ਕਹਿ ਕਹਾਂਗੇ ਨਾ। ਅੱਛਾ ਜੇ ਤੁਹਾਨੂੰ ਕਹਿ ਦਿਓ ਇੱਦਾਂ ਕਰਿਓ ਭਾਈ, ਲਾਲ ਕੱਪੜਾ ਧਰਤੀ 'ਤੇ ਵਿਛਾ ਲਿਓ ਅਤੇ ਲਾਲ ਕੱਪੜਾ ਸਿਰ 'ਤੇ ਰੱਖ ਲਿਓ, ਧੂਪ ਬਾਲ ਲਿਓ, ਇੱਕ ਜੋਤ ਬਾਲ ਲਿਓ, ਜਪਜੀ ਸਾਹਿਬ ਦਾ ਪਾਠ ਕਰਿਓ, ਫਿਰ ਅਰਦਾਸ ਕਰੋ, ਫਿਰ ਤੁਸੀਂ ਇਹ ਕਹੋਗੇ ਹੁਣ ਗੱਲ ਬਣੂਗੀ। ਕਿਉਂ? ਹੁਣ ਕਰਮਕਾਂਡ ਵਿੱਚ ਬਣ ਗਿਆ, ਹੁਣ ਗੱਲ ਬਣੂਗੀ। ਉਹ ਸਾਡੇ ਮਨ ਦਿਮਾਗ 'ਤੇ ਹਾਵੀ ਹੋ ਜਾਂਦਾ ਕਰਮਕਾਂਡ। ਸੱਚੇ ਪਾਤਸ਼ਾਹ ਕਹਿੰਦੇ ਨੇ ਅਬਾਪ ਸਿਆਣਪ ਸਗਲ ਛੱਡ, ਛੱਡ ਸਾਰਾ ਕੁਝ। ਆ ਜਿਹੜੇ ਤੂੰ ਕਰਮਕਾਂਡ ਜੇ ਕਰੀ ਫਿਰਦਾ ਹੈ, ਜਿਹੜੇ ਉਪਾਅ ਕਰੀ ਫਿਰਦਾ, ਛੱਡ ਸਾਰਾ ਕੁਝ। ਜੇ ਆਪਣਾ ਕੰਮ ਸਵਾਰਨਾ ਤੇ ਕੰਮ ਕਿਹੜਾ ਸਵਾਰਨਾ ਜੀ? ਕਈ ਪ੍ਰਾਪਤ ਮਨੁੱਖ ਦੀ ਹੋਈਆ ਗੋਬਿੰਦ ਨੇ ਮੇਰੇ ਕੀ ਇਹ ਦੇ ਦੀ ਇਹ ਕਾਰਜ ਹੈ ਸਾਡਾ, ਇਹਦੇ ਵਾਸਤੇ ਅਸੀਂ ਆਏ ਹਾਂ। ਇਹਦੇ ਵਾਸਤੇ ਤੂੰ ਉਪਾਅ ਕਰਦਾ, ਕਦੀ ਕੁਛ ਕਰਦਾ, ਕਦੀ ਕੁਛ ਕਰਦਾ, ਜਤਾਈਆਂ ਕਰਦਾ ਫਿਰਦਾ, ਸਿਆਣਪਾਂ ਬੜੀਆਂ ਵਰਤਦਾ ਹੈ, ਪਰ ਇਹ ਕੰਮ ਨਹੀਂ ਆਣੀਆਂ। ਤੂੰ ਕਿਆ ਕਰ, ਗੁਰੂ ਦੀ ਚਰਨੀ ਲੱਗ, ਭਾਵ ਗੁਰੂ ਦੇ ਬਚਨਾਂ ਮੁਤਾਬਕ ਚੱਲ, ਜੇ ਆਪਣਾ ਕਾਰਜ ਤੂੰ ਸਵਾਰਨਾ। ਕਿਸੇ ਪ੍ਰਾਪਤ ਰਤਨ ਹੋਏ, ਜਿਸ ਮਸਤਕ ਹੋਵੇ ਭਾਗ। ਰਤਨ ਦਾ ਮਤਲਬ ਹੈ ਗਿਆਨ। ਰਤਨ ਮਹਿੰਗਾ ਹੀਰਾ ਸਮਝ ਲਓ ਵੀ ਉਹਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਜਿਹਦੇ ਮੱਥੇ 'ਚ ਭਾਗ ਹੈ। ਹੁਣ ਆਪਾਂ ਕਹਾਂਗੇ ਨਾ ਸਾਡੇ ਮੱਥੇ 'ਚ ਭਾਗ ਬਣੇ, ਨਾ ਸਾਨੂੰ ਗਿਆਨ ਪ੍ਰਾਪਤ ਹੋਇਆ। ਅਸਲ ਵਿੱਚ ਮੱਥੇ ਦੇ ਭਾਗ ਬਣਾਉਣੇ ਪੈਂਦੇ ਹੈ। ਜੇ ਤੁਸੀਂ ਵਿਚਾਰ ਦੇਖੋ ਪਿਆਰਿਓ, ਮੈਂ ਤੁਹਾਨੂੰ ਕਈ ਵਾਰੀ ਗੱਲ ਕੀਤੀ ਹੈ, ਜੇ ਤੁਸੀਂ ਸੋਚ ਕੇ ਚੱਲੇ ਹੋ ਨਾ ਘਰ ਤੋਂ ਕਿ ਆਪਾਂ ਗੁਰਦੁਆਰੇ ਚੱਲੇ ਹਾਂ, ਕੁਛ ਸਿੱਖਣ ਚੱਲੇ ਹਾਂ, ਕੁਛ ਸਮਝ ਚੱਲੇ ਹੈ, ਜਦੋਂ ਤੁਸੀਂ ਇੱਦਾਂ ਘਰੋਂ ਸੋਚ ਕੇ ਆਓਗੇ, ਮਤਲਬ ਤੁਸੀਂ ਆਪਣੇ ਵਿਚਾਰ ਬਣਾ ਕੇ ਆਏ ਹੈ, ਇੱਥੇ ਆਏ ਮਹਾਰਾਜ ਦੇ ਚਰਨਾਂ 'ਚ ਬੈਠੇ, ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣਨਾ, ਸਮਝਣਾ, ਵਿਚਾਰਨਾ ਕੀਤਾ, ਕਿਆ ਹੋਏਗਾ? ਤੁਹਾਡੇ ਮੱਥੇ 'ਚ ਭਾਗ, ਉਹ ਭਾਗ ਬਣ ਜਾਣੇ। ਜਦੋਂ ਤੁਸੀਂ ਤੁਹਾਡੇ ਵਿਚਾਰ ਬਣ ਕੇ ਵਿਚਾਰਾਂ ਤੋਂ ਹੀ ਭਾਗ ਬਣਨੇ ਨੇ। ਜੇ ਵਿਚਾਰ ਹੀ ਨਾ ਬਣੇ, ਭਾਗ ਨੂੰ ਕੋਈ ਨਹੀਂ ਬਣਨੇ। ਫਿਰ ਤਾਂ ਜੋ ਰੋਈ ਜਾਓ ਵੀ ਮੇਰੇ ਭਾਗ ਨਹੀਂ ਚੰਗੇ ਬਣਾਉਣੇ। ਮਹਾਰਾਜ ਕਹਿੰਦੇ ਭਾਗ ਤੂੰ ਆਪਣੇ ਆਪ ਬਣਾਉਣੇ, ਕਿਸੇ ਨੇ ਨਹੀਂ ਬਣਾਉਣੇ। ਕਿਸੇ ਪ੍ਰਾਪਤ ਭਾਈਓ, ਜਿਸ ਦੇਵੈ ਪ੍ਰਭ ਆਪ। ਮਤਲਬ ਮਾਲਕ ਉਹਦੇ ਉੱਤੇ ਕਿਰਪਾ ਕਰ ਦਿੰਦਾ।
ਪ੍ਰਾਪਤ ਹੋ ਜਾਂਦਾ ਉਹਨੂੰ, ਜਿੱਤੇ ਮਾਲਕ ਦੀ ਕਿਰਪਾ ਕਰਦਾ। ਪਰ ਕਿਰਪਾ ਕਿੱਦਾਂ ਕਰਦਾ? ਬਹੁਤ ਵਾਰੀ ਕਿਹਾ ਯੋਗਤਾ ਪੈਦਾ ਕਰ ਲਓ। ਮੰਗਣ ਦੀ ਤਾਂ ਲੋੜ ਪੈਂਦੀ ਨਹੀਂ ਹੈ। ਜਿਹੜਾ ਹੁਣ ਤੁਸੀਂ ਦੇਖੋ, ਸੇਵਾ ਕਰੋ ਡਟ ਕੇ, ਸਿਮਰਨ ਕਰੋ ਡਟ ਕੇ, ਤੁਹਾਨੂੰ ਮੰਗਣ ਦੀ ਲੋੜ ਥੋੜ੍ਹੀ ਪੈਣੀ ਕਿ ਮਾਲਕਾ ਮੈਨੂੰ ਆਹ ਦੇ ਦੇ, ਆਹ ਦੇ ਦੇ। ਕਬੀਰ ਸਮਝਦਾ, ਕਹਿੰਦੇ ਨਾ ਜਦੋਂ ਮਨ ਸਿਮਰਨ ਕਰਕੇ ਨਿਰਮਲ ਹੋ ਜਾਂਦਾ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਕਹਿੰਦੇ ਅੱਗੇ ਮੈਂ ਰੱਬ ਦਾ ਮਗਰ ਘੁੰਮਦਾ ਤਾਂ ਮਾਲਕਾ ਮੈਨੂੰ ਦਰਸ਼ਨ ਦੇ ਦੇ, ਮਾਲਕਾ ਮੇਰੇ ਤੇ ਮਿਹਰ ਕਰ ਦੇ। ਕਹਿੰਦੇ ਹੁਣ ਸਿਮਰਨ ਕਰਕੇ ਸੇਵਾ ਕਰਕੇ ਮਨ ਨਿਰਮਲ ਹੋ ਗਿਆ, ਹੁਣ ਰੱਬ ਮਗਰ ਘੁੰਮਦਾ। ਉਹ ਕਬੀਰ ਲੈ ਜਾ ਜੋ ਤੈਨੂੰ ਚਾਹੀਦਾ, ਦੱਸ ਕੇ ਆ ਚਾਹੀਦਾ ਤੈਨੂੰ, ਕਹਿੰਦਾ ਹੁਣ ਮਹਾਰਾਜ ਦੇ ਮਗਰ ਘੁੰਮ। ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਬਿਨ ਸੈ ਹਉਮੈ ਤਾਪ। ਦੇਖੋ ਪਿਆਰੇ, ਮਾਰੇ ਕਹਿੰਦੇ ਨੇ ਸਤਿਗੁਰ ਦੀ ਸੇਵਾ, ਭਾਵ ਗੁਰੂ ਦੇ ਬਚਨਾਂ ਨੂੰ ਕਮਾ ਹੀ ਹੋ ਸਕਦਾ ਹੈ। ਕੌਣ? ਜਿਹਨੇ ਹਉਮੈ ਛੱਡੀ। ਜੇ ਮੈਂ ਚੱਕੀ ਫਿਰਾਂ ਫਿਰ ਮੈਨੂੰ ਬਹੁਤ ਪਤਾ ਹੈ, ਬਹੁਤ ਪਤਾ ਹੈ। ਤਾਂ ਹੀ ਤਾਂ ਮਹਾਰਾਜ ਸੁਖਮਨੀ ਸਾਹਿਬ ਜੀ ਕਹਿੰਦੇ ਨੇ, ਗੁਰ ਕੀ ਮਤ ਤੂੰ ਲੇਹ ਇਆਣੇ ਭਗਤ ਬਿਨਾ ਬਹੁ ਡੂਬੇ ਸੇ। ਕਹਿੰਦੇ ਗੁਰੂ ਦੀ ਮੱਤ ਲੈ ਲੈ, ਆਪਣੀ ਮੱਤ ਨਾਲ ਦੱਸੀ ਜਾ ਮੈਨੂੰ ਬਹੁਤ ਅਕਲ ਹੈ। ਨਾ ਨਾ ਨਾ, ਆ ਪਿਛਲੇ ਬਚਨ ਮਹਾਰਾਜ ਨੇ ਕਹੇ ਛੱਡ ਸਾਰੀਆਂ, ਛੱਡ ਸਗਲ ਸਿਆਣਪਾਂ ਚਤਰਾਈਆਂ, ਛੱਡ ਸਾਰੀਆਂ, ਤੇਰੇ ਚਤਰਾਈਆਂ ਨਾਲ ਥੋੜ੍ਹੀ ਉਹਨੇ ਮਿਲ ਜਾਣਾ। ਤੇ ਜੇ ਉਹ ਮਾਲਕ ਨਾਲ ਤੂੰ ਪ੍ਰੀਤ ਪਾਣੀ ਹੈ, ਫਿਰ ਚਤਰਾਈਆਂ ਛੱਡ ਕੇ ਗੁਰੂ ਦੇ ਬਚਨਾਂ ਨੂੰ ਕਮਾ, ਹਉਮੈ ਛੱਡ ਕੇ ਗੁਰੂ ਦੇ ਬਚਨਾਂ ਨੂੰ ਹਿਰਦੇ 'ਚ ਲਿਆ, ਫਿਰ ਤੇਰਾ ਭਲਾ ਹੋਣਾ। ਨਾਨਕ ਕੋ ਗੁਰ ਭੇਟਿਆ, ਬਿਨ ਸੇ ਸਗਲ ਸੰਤਾਪ। ਮਹਾਰਾਜ ਕਹਿੰਦੇ ਜਿੱਦਣ ਦਾ ਗੁਰੂ ਨਾਲ ਮੇਰੀ ਭੇਟ ਹੋ ਗਈ ਨਾ, ਮੁਲਾਕਾਤ ਹੋ ਗਈ, ਉਦੋਂ ਦੇ ਸਾਰੇ ਸੋਗ ਸੰਤਾਪ ਖਤਮ ਹੋ ਗਏ, ਦੁੱਖ ਖਤਮ ਹੋ ਗਏ। ਹੁਣ ਨਹੀਂ ਕੋਈ ਪਰਵਾਹ, ਹੁਣ ਦੁੱਖ ਤੰਗ ਨਹੀਂ ਕਰਦੇ, ਹੁਣ ਸੰਤਾਪ ਨਹੀਂ ਹੈ ਕਿਸੇ ਤਰ੍ਹਾਂ ਦਾ ਜ਼ਿੰਦਗੀ। ਸ੍ਰੀ ਰਾਗ ਮਹਿਲਾ ਪੰਜਵਾ। ਇੱਕ ਪਛਾਣੂ ਜੀ ਕਾ, ਇੱਕੋ ਰਖਣਹਾਰ। ਆ ਦੇਖੋ ਕੌਣ ਹੈ ਸਾਡਾ ਪਛਾਣੂ ਜੀ? ਅਸੀਂ ਕਹਿੰਦੇ ਮੈਨੂੰ ਫਲਾਣਾ ਵੀ ਜਾਣਦਾ, ਫਲਾਣਾ ਵੀ ਜਾਣਦਾ। ਪਰ ਕਹਿੰਦੇ ਨਾ, ਇੱਕੋ ਮਾਲਕ ਹੈ ਜਿਹੜਾ ਤੈਨੂੰ ਪਛਾਣਦਾ, ਜਿਹੜਾ ਤੈਨੂੰ ਰੱਖਦਾ ਹੈ, ਜਿਹੜਾ ਤੇਰੇ ਜੀਅ ਦੇ ਨਾਲ ਨਿਭਦਾ। ਇੱਕ ਮਾਲਕ ਹੈ ਪਿਆਰਿਓ, ਦੂਜਾ ਕੋਈ ਨਹੀਂ ਹੈ। ਤੁਸੀਂ ਹੁਕਮਨਾਮਾ ਸੁਣੀਏ, ਗੁਰ ਕਾ ਬਚਨ ਬਸਿਆ ਜੀ ਨਾਲ। ਇੱਕ ਗੁਰੂ ਦਾ ਬਚਨ ਹੈ ਜਿਹੜਾ ਜੀਅ ਦੇ ਨਾਲ ਰਹਿੰਦਾ ਹੈ। ਅਤੇ ਪਛਾਣੂ ਕੌਣ ਬਣਦਾ ਹੈ? ਕੋਈ ਬਣਦਾ। ਇਕ ਸਿਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ। ਇੱਕੋ ਦਾ ਹੀ ਮਨ ਤੇ ਆਸਰਾ ਹੈ। ਦੂਜਾ ਕੋਈ ਭਰੋਸਾ ਨਹੀਂ ਰੱਖਿਆ ਕਿਸੇ ਤੇ, ਵੀ ਕਿਸੇ ਬਾਬੇ ਤੇ, ਕਿਸੇ ਪਖੰਡੀ ਸਾਹਿਬ ਤੇ, ਕਿਸੇ ਪੀਰ ਤੇ, ਕਿਸੇ ਦੇਵੀ ਤੇ, ਕਿਸੇ ਹੋਰ ਤੇ ਨਾ। ਇੱਕ ਮਾਲਕ ਤੇ ਭਰੋਸਾ ਰੱਖਿਆ, ਇੱਕ ਮਾਲਕ ਤੇ ਟੇਕ ਟਕਾਈ। ਬਸ ਮਾਲਕਾ ਜੋ ਮਰਜ਼ੀ ਕਰ, ਮਾਰ ਦੇ ਤੇ ਭਾਵੇਂ ਤਾਰ ਦੇ, ਤੇਰੀ। ਤਿਸ ਸਰਣਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰ। 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 ਉਹਦੇ ਸਰਨ ਵਿੱਚ ਹਮੇਸ਼ਾ ਸੁਖੀ ਰਹਿੰਦਾ। ਉਹ ਮਾਲਕ ਪਰਮਾਤਮਾ ਕ੍ਰੀਏਟਰ ਹੈ, ਸਭ ਕੁਛ ਕਰਨ ਵਾਲਾ ਹੈ। ਜਦੋਂ ਬੰਦਾ ਉਹਦੀ ਸ਼ਰਨ ਵਿੱਚ ਚਲੇ ਜਾਂਦਾ ਹੈ, ਆਨੰਦ ਮਿਲਦਾ ਹੈ। ਮਨ ਮੇਰੇ ਸਗਲ ਪਾਪ ਤਿਆਗ, ਗੁਰ ਪੂਰਾ ਆਰਾਧ ਨਿਤ, ਇਕ ਸਿੱਕੀ ਲਿਵ ਲਾਗ। ਰਾਓ ਕਹਿੰਦੇ ਮੇਰੇ ਮਨਾਂ ਛੱਡ ਦੇ ਸਾਰੀਆਂ ਸਿਆਣਪਾਂ, ਸਾਰੇ ਉਪਾਨ ਕਰਦੇ ਆ ਵੀ ਜਦੋਂ ਕਰਦਾ ਪੁੱਛਣਾ ਪਾਠ ਅਲੱਗ ਅਲੱਗ ਕਰਦੇ, ਛੱਡ ਸਾਰੇ ਗੁਰੂ ਦੀ ਸ਼ਰਨ ਵਿੱਚ ਲੱਗ ਜਾ। ਇੱਕ ਮਾਲਕ ਨਾਲ ਲਿਵ ਜੋੜ ਲੈ, ਤੇਰਾ ਭਲਾ ਹੋਵੇ। ਇੱਕੋ ਭਾਈ ਮਿਤ, ਇੱਕ
ਇੱਕੋ ਮਾਤ ਪਿਤਾ। ਇੱਕ ਮਾਲਕ ਨਾਲ ਪ੍ਰੀਤ ਪਾ ਲੈ, ਉਹਨੂੰ ਹੀ ਆਪਣਾ ਭਰਾ ਸਮਝ ਲੈ, ਉਹਨੂੰ ਆਪਣਾ ਮਿੱਤਰ ਸਮਝ, ਉਹਨੂੰ ਆਪਣਾ ਬਾਪੂ ਸਮਝ ਲੈ, ਉਹਨੂੰ ਆਪਣੀ ਬੇਬੇ ਸਮਝ। ਸਾਰਾ ਕੁਛ ਉਹਨੂੰ ਆਪਾਂ ਪੜ੍ਹਦੇ, ਤੁਸੀਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜ੍ਹਦੇ, ਅਰਦਾਸ ਤੋਂ ਪਹਿਲਾਂ ਪੜ੍ਹਦੇ ਹੋ, ਤੁਮ ਮਾਤ ਪਿਤਾ ਹਮ ਮਾਰਗ, ਤੁਮਰੀ ਕਿਰਪਾ ਮੈਂ ਸੂਖ। ਤੇਰੀ ਕਿਰਪਾ ਮਾਲਕ ਹੈ ਕਿ ਤੂੰ ਸਾਡਾ ਮਾਂ ਹੈ, ਤੂੰ ਸਾਡਾ ਬਾਪ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ। ਤੂੰ ਮੇਰਾ ਰਾਖਾ, ਸਭ ਨੀ ਥਾਈ ਤਾਂ ਭਉ ਕਿਹਾ। ਕਾੜਾ ਜੀਓ ਮਾਲਕ ਮਾਲਕ ਤੂੰ ਹੀ ਹੈ ਮੇਰਾ ਸਾਰਾ ਕੁਛ, ਬਸ ਦੂਜਾ ਨਹੀਂ ਕੋਈ ਹੈ। ਹਾਂਜੀ। ਇੱਕ ਸਿੱਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ। ਇੱਕੋ ਦੀ ਟੇਕ ਹੈ, ਇੱਕ ਦਾ ਹੀ ਆਸਰਾ ਹੈ ਕਿਹਦਾ? ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ। ਉਹ ਮਾਲਕ ਜਿਹੜਾ ਆ ਜਿੰਦ ਦਿੱਤੀ, ਜਿੰਦ ਪਾਈ ਹੈ ਨਾ ਸਰੀਰ ਵਿੱਚ, ਸਰੀਰ ਵੀ ਉਹਨੇ ਬਣਾਇਆ ਤੇ ਇਹਦੇ ਵਿੱਚ ਜਿੰਦ ਵੀ ਉਹਨੇ ਪਾਈ। ਕਹਿੰਦੇ ਉਹਦਾ ਹੀ ਆਸਰਾ ਹੈ, ਦੂਜੇ ਦਾ ਕਿਸੇ ਦਾ ਨਹੀਂ ਹੈ। ਸੋ ਪ੍ਰਭ ਮਨੋ ਨ ਵਿਸਰੈ, ਜਿਨ ਸਭ ਕਿਛ ਬਸ ਕੀਤਾ। ਉਹ ਜਿਹਦਾ ਬੰਦਿਆ ਮਨੋਂ ਨਾ ਭੁਲਾ ਦੇ, ਜਿਹਦਾ ਸਾਰਾ ਕੁਛ, ਜਿਹਦੇ ਅੰਦਰ, ਜਿਹਦੇ ਨਿਯਮ ਵਿੱਚ ਚੱਲਦਾ ਸਾਰਾ ਕੁਛ। ਤੂੰ ਜ਼ੋਰ ਲਾ ਲੈ ਮੈਂ ਉਹਦੇ ਨਿਯਮ ਤੋਂ ਬਾਹਰ ਚੱਲਾਂਗਾ, ਪਰ ਨਹੀਂ ਚੱਲਣਾ, ਤੈਨੂੰ ਉਹਦੇ ਨਿਯਮ ਵਿੱਚ ਹੀ ਪੈਣਾ। ਕਹਿੰਦੇ ਉਹਨੂੰ ਕਿੱਦਾਂ ਭੁਲਾਣਾ ਦੇ। ਇੱਕੋ ਵਾਰ ਇੱਕੋ ਥਾਨ ਥਨੰਤਰ ਆਪ, ਉਹ ਸਾਰੇ ਥਾਂ ਉਹ ਸਮਾਇਆ। ਆਪਾਂ ਪੜ੍ਹਦੇ ਨੇ ਨਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਾਣ ਕੇ ਹੈ ਸੰਗ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਾਣ ਕੇ ਹੈ ਸੰਗ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਘਰ ਬਾਹਰ ਤੇਰਾ ਹੀ ਪਰਵਾਸਾ, ਦੂਜਾ ਨਹੀਂ ਕਿਸੇ ਦਾ। ਉਹ ਫਲਾਣੇ ਦਾ ਮੇਰਾ ਮਿੱਤਰ, ਫਲਾਣਾ ਮੇਰਾ ਨਾਮ, ਕਿਸੇ ਦਾ ਨਹੀਂ, ਮਾਲਕ ਦਾ ਤੇਰਾ ਹੀ ਹੈ। ਜੀ ਜੰਤ ਸਭ ਜਿਨ ਕੀਏ, ਆਠ ਪੈਰ ਤਿਸ ਜਾਪ। ਕਹਿੰਦੇ ਜੇ ਮੈਂ ਸਾਰੇ ਜੀਵ ਜੰਤ ਪੈਦਾ ਕੀਤੇ, ਉਹਦਾ ਸਿਮਰਨ ਕਰਨਾ ਨਾ ਕਰੀ, ਉਹਨੂੰ ਆਪਣੀ ਯਾਦ ਵਿੱਚ ਬਸਾ ਲੈ। ਜਿੱਦਾਂ ਦੁਨੀਆ ਦੇ ਲੋਕਾਂ ਨੂੰ ਇੱਥੇ ਬਈ ਬਸਾਈ ਬੈਠਾ ਨਾ, ਉਹ ਮੇਰਾ ਮਿੱਤਰ ਹੈ, ਉਹ ਮੇਰਾ ਫਰੈਂਡ ਹੈ, ਉਹਦੇ ਨਾਲ ਮੇਰੀ ਫਰੈਂਡਸ਼ਿਪ ਹੈ, ਉਹਨੂੰ ਇੱਥੇ ਬਿਠਾਈ ਬੈਠਾ ਹੈ, ਉਹਨੂੰ ਬਾਹਰ ਕਰਦੇ ਇੱਥੇ ਮਾਲਕ ਨੂੰ ਬਿਠਾ ਲੈ। ਉਹੀ ਮੇਰਾ ਮਿੱਤਰ ਹੈ, ਉਹੀ ਮੇਰਾ ਪਿਆ ਬਾਪੂ ਹੈ, ਬੇਬੇ ਹੈ, ਉਹੀ ਮੇਰਾ ਭਰਾ ਹੈ, ਉਹੀ ਮੇਰਾ ਸੰਤ। ਇੱਕ ਸੇਤੀ ਰਤਿਆ, ਨਾ ਹੋਵੀ ਸੋਗ ਸੰਤਾਪ। ਜਦੋਂ ਇੱਕ ਨਾਲ ਪ੍ਰੀਤ ਪੈ ਜਾਂਦੀ, ਮਾਲਕ ਨਾਲ ਪ੍ਰੀਤ ਪੈ ਜਾਂਦੀ, ਫਿਰ ਬੰਦੇ ਨੂੰ ਸੋਗ ਸੰਤਾਪ ਨਹੀਂ ਹੁੰਦਾ। ਸਾਨੂੰ ਪੈ ਤਾਂ ਵੀ ਕੋਈ ਫਰਕ ਨਹੀਂ, ਮਰ ਗਿਆ ਤਾਂ ਵੀ ਕੋਈ ਫਰਕ ਨਹੀਂ। ਕਿਉਂ? ਮਾਲਕ ਕਿੱਦਾਂ ਦਾ ਜੀ? ਅਕਾਲ ਮੂਰਤ। ਅਕਾਲ ਮੂਰਤ ਦਾ ਮਤਲਬ ਕੀ ਹੈ? ਮਾਲਕ ਤੇ ਸਮੇਂ ਦਾ ਅਸਰ ਨਹੀਂ ਹੁੰਦਾ। ਅਕਾਲ ਮਤਲਬ, ਕਾਲ ਦਾ ਮਤਲਬ ਕੀ ਹੈ? ਸਮਾਂ। ਅਕਾਲ ਮਤਲਬ ਸਮੇਂ ਤੋਂ ਪਰਾਂ। ਮੂਰਤ ਉਹ ਇਹੋ ਜਿਹੀ ਮੂਰਤ ਹੈ ਜਿਹਦੇ ਉੱਤੇ ਸਮੇਂ ਦਾ ਅਸਰ ਨਹੀਂ ਹੁੰਦਾ। ਹੁਣ ਇੱਥੇ ਸਮਝਣਾ ਪੈਣਾ, ਜਿਹਦੀ ਮਾਲਕ ਨਾਲ ਪ੍ਰੀਤ ਹੈ, ਜਿਹਦਾ ਮਾਲਕ ਦਾ ਸਮੇਂ 'ਤੇ ਅਸਰ ਨਹੀਂ ਹੁੰਦਾ, ਸਾਡੇ 'ਤੇ ਹੁੰਦਾ, ਸਾਰੇ 'ਤੇ। ਦੇਖਿਓ ਉਹ ਜਦੋਂ ਵਿਆਹ ਹੁੰਦਾ ਹੈ ਕਿਸੇ ਦੇ, ਅਸੀਂ ਕਿੰਨਾ ਪੂਰਾ ਲਸਕ ਪਸਕ ਕੇ ਜਾਂਦੇ, ਸ਼ਿੰਗਾਰ ਲਾ ਕੇ ਮਾਰਦੇ ਨੇ, ਕੰਮ ਕਾਲੇ ਸੂਟ ਪਾ ਕੇ, ਜੁੱਤੀ ਪਾ ਕੇ ਵਧੀਆ ਜਾਂਦੇ ਨਾ, ਪੂਰੇ ਉਹ ਲਾ ਕੇ, ਗਹਿਣੇ ਗੂਣੇ 'ਚ ਵੀ ਪਾ ਕੇ ਬੀਬੀਆਂ ਜਾਂਦੀਆਂ, ਬੰਦੇ ਵੀ ਹਨ ਸ਼ਿੰਗਾਰ ਸ਼ੂਟ ਕੇ ਆਪਣੇ ਆਪ ਨੂੰ ਜਾਂਦੇ। ਵੈਸੇ ਮੇਰੇ ਘਰ ਦੇ ਮੈਨੂੰ ਗਾਲਾਂ ਕਰਦੇ, ਪਤਾ ਕਿਉਂ? ਮੈਂ ਇੱਦਾਂ ਹੀ ਚੱਲ ਜਾਂਦਾ, ਜਿੱਦਾਂ ਮਰਜ਼ੀ ਵੀ ਆ ਉਹ ਇੱਦਾਂ ਹੀ ਚਲੇ ਜਾਂਦਾ। ਮੈਨੂੰ ਕਹਿੰਦੇ ਕੱਪੜੇ ਦਾ ਪਾ ਲੈ, ਇਹ ਕਹਿੰਦੇ ਕੱਪੜੇ ਦਾ ਪਾ ਲੈ ਤੂੰ। ਮੈਂ ਕਿਹਾ ਇਹ ਕਿਹੜਾ ਮੈਨੂੰ ਕੱਢਣ ਲੱਗੇ ਵਿਆਹ ਵਾਲੇ, ਇਹਦੇ 'ਚ ਮੈਂ ਰੋਟੀ ਖਾਈ ਆ ਜੀ, ਪ੍ਰਸ਼ਾਦਾ ਹੀ ਛਕਣਾ ਮੈਂ, ਇਹਦੇ 'ਚ ਵੀ ਸਾਡੀ ਕਹਿਣਾ ਮੈਨੂੰ ਕਿਹੜਾ ਮੁੱਕਣ ਲੱਗ ਪਿਆ, ਅਸੀਂ ਤੈਨੂੰ ਪ੍ਰਸ਼ਾਦਾ ਨਹੀਂ ਦੇਣਾ। ਹੁਣ ਆਦਤ ਸਾਡੀ ਕੀ ਹੈ? ਅਸੀਂ ਐਨ ਪੂਰੀ ਲਸਕ ਪਸ ਕੇ ਜਾਂਦੇ ਹਾਂ, ਸਾਡੇ 'ਤੇ ਸਮੇਂ ਦਾ ਅਸਰ ਹੈ। ਜਦੋਂ ਮਰ ਜਾਂਦੇ ਹਾਂ ਫਿਰ ਮੁੱਠੂ ਜਾਂ ਮੂੰਹ ਕਰਕੇ ਬੈਠੇ ਹੁੰਦੇ ਆ 2 ਵਜੇ ਵਿੱਚ,
ਪਰ ਜਿਹੜੇ ਜਿਹਦੀ ਪ੍ਰੀਤ ਰੱਬ ਨਾਲ ਲੱਗ ਗਈ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹ ਜੰਮਣ ਤੇ ਮਰਨ ਤੇ ਇੱਕੋ ਜਿਹੀ ਰਹਿੰਦਾ, ਕੋਈ ਫਰਕ ਨਹੀਂ ਪੈਂਦਾ। ਪਾਰ ਬ੍ਰਹਮ ਪ੍ਰਭ ਏਕ ਹੈ, ਦੂਜਾ ਨਾਹੀ ਕੋਏ। ਉਹ ਪਾਰ ਬ੍ਰਹਮ ਇਕੱਲਾ ਇੱਕੋ ਹੀ ਹੈ, ਦੂਜਾ ਉਹਦੇ ਬਰਾਬਰ ਵਰਗਾ ਕੋਈ ਹੈ ਨਹੀਂ, ਕਿਉਂਕਿ ਥਾਕਿਆ ਨਾ ਜਲ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ, ਇਕੱਲਾ ਆਪ ਹੀ ਹੈ ਬਸ, ਦੂਜਾ ਕੋਈ ਨਹੀਂ ਉਹਦੇ ਵਰਗਾ। ਜਿਉ ਪਿੰਡ ਸਭ ਤਿਸ ਕਾ, ਜੋ ਤਿਸ ਭਾਵੈ ਸੋ ਹੋਏ। ਆ ਜਿੰਦ ਵੀ ਉਹਦੀ ਹੈ, ਸਰੀਰ ਵੀ ਉਹਦਾ ਹੈ, ਤੇ ਜੋ ਮਾਲਕ ਨੂੰ ਭਾਉਂਦਾ ਹੈ ਪਿਆਰੇ ਹੁੰਦਾ ਉਹਦੀ ਹੈ, ਸਾਡੇ ਭਾਅ ਨਾਲ ਕੁਛ ਨਹੀਂ ਹੁੰਦਾ। ਤੁਸੀਂ ਸੁਖ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ, ਜੋ ਤੁਸ ਭਾਵੈ ਸਾਈ ਭਰੀ ਕਾਰ ਤੂੰ ਸਦਾ ਸਲਾਮਤ ਰੱਖਣਾ। ਗੁਰ ਪੂਰੇ ਪੂਰਾ ਭਿਆ, ਜਪ ਨਾਨਕ ਸੱਚਾ ਸੋਏ। ਮਹਾਰਾਜ ਕਹਿੰਦੇ ਨੇ ਗੁਰ ਪੂਰਾ, ਜਦੋਂ ਗੁਰੂ ਪੂਰਾ ਮਿਲ ਗਿਆ ਤਾਂ ਤੇਰਾ ਆਉਣ ਦਾ ਪ੍ਰਯੋਜਨ ਵੀ ਪੂਰਾ ਹੋ ਜਾਏਗਾ। ਗੁਰ ਪੂਰਾ ਪੂਰਾ ਪਿਆ, ਉਹਦੇ ਨਾਲ ਪ੍ਰੀਤ ਲੱਗ ਗਈ, ਤੇਰੇ ਇੱਥੇ ਆਉਣ ਦਾ ਪ੍ਰਯੋਜਨ ਵੀ ਸਤਿਗੁਰੂ ਕਿਰਪਾ ਕਰਕੇ ਪੂਰਾ ਕਰ ਦਿੰਦੇ ਨੇ, ਮਿਹਰ ਕਰ ਦਿੰਦੇ। ਇਸ ਕਰਕੇ ਪਿਆਰਿਓ, ਜੇ ਪੂਰੇ ਗੁਰੂ ਦਾ ਦਰ ਰੱਖਾਂਗੇ ਭਲਾ। ਚਲੋ ਆ ਇੱਕ ਸ਼ਬਦ ਪੜ੍ਹ ਲੈਂਦੇ ਹਾਂ, ਮੈਨੂੰ ਭਾਈ ਸਾਹਿਬ ਕਹਿ ਰਹੇ ਕਿ ਆਪਾਂ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ। माटी का पुतरा कैसे नजत है, माटी को पुतरा कैसे नजत है। माटी को पुतला कैसे नचत है, माटी को पुतला कैसे नचत है। जब कुछ पावे तब गर्व करत है, जब कुछ पावे तब गर्व करत है। जब किछ पावे ता गर्व करत है, जब किछ पावे ता गर्व करत है। माटी को पुतला कैसे नचत है, माटी को पुतला कैसे नचत है। देखे देखे सुने बोले दौड़ियो फिरत है, देखे देखे सुने बोले दौड़े हो फिरत है। देखे देखे सुने बोले दौड़ियो फिरत है। देखे देखे सुने बोले दौड़े हो फिरत है। माया गई तब रोवन लगत है, माया गई तब रोवन लगत है। माया गई तब रोबन लगत है, माया गई तब रोबन लगत है। माटी बच कर्म रस बसैल बाना, मन बच कर्म रस बसैल बाना। मन बच कर्म रस कसे लुभाना, मन बच कर्म रस कसे लुभाना। बस गया जाए कहो समाना, बिरस गया जाए कहो समाना। बिनस गया जाओ कहो समाना, बिनस गया जाओ कहो समाना। माटी का पुतरा
है। कहे रविदास बाजी जग पाई, कह रविदास बाजीगर पाई, बाजीगर सो मोहे प्रीत बने आए, बाजीगर सो मोहे प्रीत बन आई। माटी को पूतरा कैसे नचत है, माटी को पूतरा कैसे नचत है। वाहिगुरु 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 वाहिगुरु। ज्ञान ध्यान किश कर्म न जाना, सार न जाना तेरी। ज्ञान ध्यान किश कर्म न जाना, सार न जाना तेरी। ज्ञान ध्यान किश कर्म न जाना, सार न जाना तेरी। ज्ञान ध्यान किस कर्म न जाना, सार न जाना तेरी। सब ते बड़ा सतगुर नानक, जिन कल राखी मेरी। सब ते बड़ा सतगुर नानक, जिन कल राखी मेरी। सब ते बड़ा सतगुर नानक, जिन कल राखी मेरी। सब ते बड़ा सतगुर नानक, जिन कल राखी मेरी। ज्ञान ध्यान किछ कर्म न जाना, सार न जाना तेरी। सब ते बड़ा सतगुर नानक, जिन
ਚੱਲ ਰਾਖੀ ਮੇਰੀ। ਸੱਚੇ ਪਾਤਸ਼ਾਹ ਮੇਰ ਕਰਨ, ਕਿਰਪਾ ਕਰਨ। ਚਲੋ ਇੱਕ ਧਾਰਨਾ ਪੜ੍ਹ ਲਓ। ਕੋਈ ਭਾਈ ਬਾਰ ਬਾਰ ਉਹਦੇ ਮਨ ਚ ਆ ਰਿਹਾ, ਪੜ੍ਹ ਲਿਓ ਸਾਰੇ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਜੀ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਸਾਈਆਂ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਸਾਈਆਂ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਸਾਈਆਂ ਬਣ ਕੇ ਅਸੀਂ ਤੇਰੇ ਹੀ ਰਹਿਣਾ। ਮਾਰੋ ਜਾਂ ਤਾਰੋ ਸਾਈਆਂ ਬਣ ਕੇ ਅਸੀਂ